एक इदां दी रात सी कि उस तो बाद मेरी जिन्हों कहते हैं जिंदगी का सफ़र ही एकदम बदल गया, अपसाइड डाउन पलट गई मेरी पूरी जिंदगी। तकदीर मैं कहूँगी ਗੁਰੂਆਂ ਦੀ ਲਾਜ ਰੱਖਣੀ ਹੈ, ਅਸੀਂ ਉਹਨਾਂ ਲੋਕਾਂ ਦੀ ਲਾਜ ਰੱਖਣੀ ਹੈ ਜਿਨ੍ਹਾਂ ਨੇ ਆਪਣੇ ਲਹੂ ਬਹਾਏ ਹੈ, ਸਾਨੂੰ ਆਜ਼ਾਦੀ ਦਿਵਾਈ ਹੈ, ਜਿਹੜੀ ਰਾਈਟ ਟੂ ਵੋਟ ਹੈ, ਇਹ ਕੋਈ ਐ ਹੀ ਨਹੀਂ ਮਿਲ ਗਿਆ। ਮੈਨੂੰ ਬੜੀ ਹੈਰਾਨੀ ਹੋਈ, ਹੁਣ ਵੀ ਹੁੰਦੀ ਹੈ, ਕਿ ਉਹ ਬੰਦਾ ਅੱਜ ਵੀ ਉਸ ਫੋਰਸ 'ਚ ਹੈ ਤੇ ਬਾਹਰ ਮੈਂ। ਠੀਕ ਹੈ ਨਾ, ਜੋ ਕੁਝ ਮੇਰੇ ਨਾਲ ਹੋਇਆ ਕਿਸੇ ਇੱਕ ਵੀ ਬੰਦੇ ਨਾਲ ਜੇ ਇਦਾਂ ਨਾ ਹੋਵੇ ਤਾਂ ਮੈਨੂੰ ਲੱਗੂਗਾ ਮੈਂ ਕਾਮਯਾਬ ਹੋ ਗਈ ਹਾਂ। ਤੇ ਮੈਨੂੰ ਯਾਦ ਹੈ ਇੱਕ ਵਾਰ ਮੈਨੂੰ ਦਿੱਲੀ ਭੇਜਿਆ ਗਿਆ ਸੀ ਹੈੱਡਕੁਆਰਟਰਸ ਤੇ ਉੱਥੇ ਮੈਨੂੰ ਬੁਲਾ ਕੇ ਕਿਹਾ ਗਿਆ ਸੀ ਕਿ ਤੂੰ ਆਪਣਾ ਕੰਮ ਕਰਨ ਦਾ ਤਰੀਕਾ ਬਦਲ ਲੈ, ਜੋ ਤੈਨੂੰ ਅਸੀਂ ਕਹਿੰਦੇ ਆ ਤੂੰ ਉਹ ਕਰਿਆ ਕਰ, ਨਹੀਂ ਤਾਂ ਤੈਨੂੰ ਸਿੱਧੀ ਕਰ ਦਿਆਂਗੇ। ਕਿਉਂ ਨਹੀਂ ਕੋਈ ਖੜਾ ਹੋ ਕੇ ਕਹਿ ਸਕਦਾ ਕਿ ਮੈਂ ਪੰਜਾਬ ਨੂੰ ਲੀਡ ਕਰੂੰਗਾ, ਮੈਂ ਪੰਜਾਬ ਲਈ ਕੰਮ ਕਰੂੰਗਾ? ਖੌਫ ਕੀ ਹੈ? ਰੋਜ਼ਾਨਾ ਸਪੋਕਸਮੈਨ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਸੁਰਖਾਬ ਚੰਦ। ਦੋਸਤੋ, ਫੌਜ ਦੀ ਗੱਲ ਕਰਦੇ ਹਾਂ ਤਾਂ ਫੌਜ ਦਾ ਇੱਕ ਹਿੱਸਾ ਅਜਿਹਾ ਵੀ ਹੈ ਜੋ ਕਿਤੇ ਨਾ ਕਿਤੇ ਪਲੀਤ ਹੁੰਦਾ ਨਜ਼ਰ ਆ ਰਿਹਾ ਹੈ, ਜਿਸ ਦੇ ਚੱਲਦੇ ਹੋਏ ਇੱਕ ਨਵਾਂ ਸੰਘਰਸ਼, ਇੱਕ ਨਵੀਂ ਮੁਹਿੰਮ ਉੱਠ ਰਹੀ ਆ। ਕਰੁਣਾਜੀਤ ਕੌਰ ਮੇਰੇ ਨਾਲ ਨੇ, ITBP ਐਕਸ ਆਫਿਸਰ ਨੇ। ਇੱਕ ਹਾਦਸਾ ਉਹਨਾਂ ਦੇ ਨਾਲ ਹੁੰਦਾ ਆ, ਉਸ ਤੋਂ ਬਾਅਦ ਸੇਵਾ ਮੁਕਤ ਹੁੰਦੇ ਨੇ, ਪਰ ਬਹੁਤ ਵੱਡੀ ਵਜ੍ਹਾ ਸੀ ਉਹ ਸੇਵਾ ਮੁਕਤ ਹੋਣ ਦੀ। ਪਹਿਲਾਂ ਤੋਂ ਵਜ੍ਹਾ ਜਾਣਾਂਗੇ, ਪਰ ਹੁਣ ਜੋ ਸ਼ੋਸ਼ਣ ਜਾਂ ਜਿਸ ਤਰੀਕੇ ਦਾ ਉੱਥੇ ਉਹਨਾਂ ਨਾਲ ਜੋ ਕੁਝ ਹੋਇਆ ਉਹ ਅੱਗੇ ਨਾ ਹੋਵੇ, ਭਵਿੱਖ ਦੇ ਵਿੱਚ ਕਿਸੇ ਹੋਰ ਧੀ ਭੈਣ ਦੇ ਨਾਲ ਨਾ ਹੋਵੇ, ਉਸ ਦੇ ਲਈ ਮੁਹਿੰਮ ਜ਼ਰੂਰ ਛੇੜੀ ਗਈ ਹੈ। ਸੋ ਕਰੁਣਾ ਜੀ, ਜ਼ਿੰਦਗੀ ਦੇ ਝਾਤ ਮਾਰਨੀ ਜ਼ਰੂਰ ਹੈ ਕਿ ਕਿਸ ਤਰੀਕੇ ਦੇ ਨਾਲ ਤੁਹਾਡੇ ਨਾਲ ਜੋ ਉੱਥੇ ਉਹ ਘਟਨਾ ਸੀ ਜਿਹਨੇ ਤੁਹਾਡੀ ਜ਼ਿੰਦਗੀ ਬਦਲੀ ਹੈ, ਕਿਉਂਕਿ ਬੜੀ ਮਿਹਨਤ ਕਰਕੇ ITBP ਗਏ ਹੋ, ਫਿਰ ਛੱਡਣਾ ਆਸਾਨ ਨਹੀਂ ਸੀ। ਜੀ ਬਿਲਕੁਲ, ਉਹ ਇੱਕ ਇਦਾਂ ਦੀ ਰਾਤ ਸੀ ਕਿ ਉਸ ਤੋਂ ਬਾਅਦ ਮੇਰੀ ਜਿਹਨੂੰ ਕਹਿੰਦੇ ਆ ਜ਼ਿੰਦਗੀ ਦਾ ਸਫ਼ਰ ਹੀ ਇੱਕਦਮ ਬਦਲ ਗਿਆ, ਅਪਸਾਈਡ ਡਾਊਨ ਪਲਟ ਗਈ ਮੇਰੀ ਪੂਰੀ ਜ਼ਿੰਦਗੀ। ਤਕਦੀਰ ਮੈਂ ਕਹੂੰਗੀ, ਪਰ ਕਿਸੇ ਤੇ ਕੋਈ ਅਸਰ ਨਹੀਂ ਹੋਇਆ। ਇਸ ਗੱਲ ਦਾ ਅਫਸੋਸ ਉਦੋਂ ਵੀ ਸੀ, ਅੱਜ ਵੀ ਹੈ, ਤੇ ਮੈਨੂੰ ਆਖਰੀ ਸਾਹ ਤੱਕ ਰਹੇਗਾ। ਕਿਉਂਕਿ ਜਦੋਂ ਘਟਨਾ ਹੋ ਕੇ ਹਟੀ ਸੀ, ਮੈਂ ਕਿਉਂਕਿ ਦੇਸ਼ ਲਈ ਕੰਮ ਕਰਦੀ ਸੀ, ਸਰਕਾਰ 'ਚ ਕੰਮ ਕਰਦੀ ਸੀ, ਮੈਨੂੰ ਇੱਦਾਂ ਲੱਗਾ ਸੀ ਕਿ ਆਉਣ ਵਾਲੀ ਜਿਹੜੀ ਸਵੇਰ ਹੋਏਗੀ ਨਾ, ਇਹ ਤਖਤਾ ਪਲਟ ਦੇਗੀ, ਤਖਤਾ ਪਲਟ ਦੇਗੀ ਇੱਦਾਂ ਦੇ ਲੋਕਾਂ ਦਾ ਜਿਹੜੇ ਇੰਨੀ ਜੁਰਅਤ ਕਰਦੇ ਆ ਕਿ ਉਹ ਇੱਦਾਂ ਦਾ ਕੋਈ ਕਾਰਾ ਕਰ ਸਕਣ। ਪਰ ਮੈਨੂੰ ਬੜੀ ਹੈਰਾਨੀ ਹੋਈ, ਹੁਣ ਵੀ ਹੁੰਦੀ ਹੈ, ਕਿ ਉਹ ਬੰਦਾ ਅੱਜ ਵੀ ਉਸ ਫੋਰਸ 'ਚ ਹੈ ਤੇ ਬਾਹਰ ਮੈਂ। ਤੁਸੀਂ ਬਾਹਰ ਹੋ, ਜੇ ਦੋਸ਼ੀ ਹੈ ਉਹ ਅੰਦਰ ਹੈ। ਜੀ ਜੀ ਬਿਲਕੁਲ ਬਿਲਕੁਲ, ਇਹ ਹਾਲਾਤ ਹੈ। ਇਹ ਤੋਂ ਵਧੀਆ ਮੈਂ ਕੋਈ ਐਗਜ਼ਾਮਪਲ ਨਹੀਂ ਕੋਟ ਕਰ ਸਕਦੀ। ਇਹ ਸੱਚਾਈ ਹੈ ਅੱਜ ਦੇ ਸਾਡੇ ਸਮਾਜ ਦੀ। ਤੇ ਫਿਰ ਮੈਨੂੰ ਇਹ ਲੱਗਾ ਕਿ ਜੇ ਕੁਰਬਾਨੀ ਦਿੱਤੀ ਹੈ ਨਾ, ਤੇ ਜ਼ਾਇਆ ਨਹੀਂ ਜਾਣੀ ਚਾਹੀਦੀ। ਇਹਦਾ ਕੋਈ ਨਾ ਕੋਈ ਸਮਾਜ ਨੂੰ ਫਾਇਦਾ ਹੋਣਾ ਚਾਹੀਦਾ ਹੈ। ਮੈਂ ਉੱਥੇ ਵੀ ਜਦ ਕੰਮ ਕਰਦੀ ਸੀ, ਮੈਂ ਉੱਥੇ ਵੀ ਲੀਗਲ ਸੈੱਲ ਦੇ ਵਿੱਚ ਹੀ ਸੀਗੀ ਤੇ ਨਿਆਂ ਲਈ ਕੰਮ ਕਰਦੇ ਸੀ। ਤੇ ਹੁਣ ਮੈਂ ਆਪਣੇ ਆਪ ਨੂੰ ਫਿਰ ਇੱਦਾਂ ਸਮਝਾਇਆ ਕਿ ਮੈਂ ਇਹ ਮੰਨ ਕੇ ਚੱਲਦੀ ਹਾਂ ਕਿ ਹੁਣ ਮੇਰਾ ਜਿਹੜਾ ਦਾਇਰਾ ਹੈ ਇਹਦੀ ਕੋਈ ਸੀਮਾ ਨਹੀਂ ਰਹੀ। ਪਹਿਲੇ ਮੈਂ ਇੱਕ ਦਾਇਰੇ 'ਚ ਕੰਮ ਕਰਦੀ ਸੀਗੀ, ਤੇ ਕਿਉਂ ਨਾ ਮੈਂ ਆਪਣੇ ਇਸ ਜਜ਼ਬੇ ਨੂੰ, ਜਿਹੜੀ ਸਮਾਜ ਦੀ ਭਲਾਈ ਹੈ ਜਾਂ ਕੁਝ ਇੱਦਾਂ ਦਾ ਕਰਨ ਦੀ ਕੋਸ਼ਿਸ਼ ਕਰਾਂ ਕਿ ਕੋਈ ਚੇਂਜ ਆ ਸਕੇ। ਠੀਕ ਹੈ ਨਾ, ਜੋ ਕੁਝ ਮੇਰੇ ਨਾਲ ਹੋਇਆ ਕਿਸੇ ਇੱਕ ਵੀ ਬੰਦੇ ਨਾਲ ਜੇ ਇਦਾਂ ਨਾ ਹੋਵੇ ਤਾਂ ਮੈਨੂੰ ਲੱਗੂਗਾ ਮੈਂ ਕਾਮਯਾਬ ਹੋ ਗਈ ਹਾਂ। ਤੇ ਜਦ ਤੋਂ ਮੈਂ ਨੌਕਰੀ ਛੱਡੀ ਹੈ, ਮੈਂ ਯਤਨਸ਼ੀਲ ਰਹੀ ਹਾਂ, ਇਸ ਪਾਸੇ ਕੰਮ ਕਰਦੀ ਵੀ ਰਹੀ ਹਾਂ ਤੇ ਕਰਾਂਗੇ ਵੀ ਹਮੇਸ਼ਾ। ਜਦੋਂ ਨੌਕਰੀ ਛੱਡੀ ਉਦੋਂ ਪਹਿਲਾਂ ਤੁਸੀਂ ਸਰਵਿਸ ਕਿੰਨੇ ਚਿਰ ਦੀ ਰਹੀ ਹੈ ਤੁਹਾਡੀ? ਪਹਿਲਾਂ ਮੈਂ ਜੀ 5 ਸਾਲ ਮੈਂ ITBP 'ਚ ਕੰਮ ਕੀਤਾ। ਉਸ ਤੋਂ ਪਹਿਲੇ ਮੈਂ 2 ਸਾਲ PWD B&R ਗਵਰਨਮੈਂਟ ਆਫ ਪੰਜਾਬ ਡਿਪਾਰਟਮੈਂਟ ਦੀ ਲੀਗਲ ਐਡਵਾਈਜ਼ਰ ਸੀ। ਉਸ ਤੋਂ ਪਹਿਲੇ ਮੈਂ ਆਪਣੀ ਵਕਾਲਤ ਪ੍ਰੈਕਟਿਸ ਕਰਦੀ ਸੀ। ਤੇ ਟੋਟਲ ਮੇਰਾ 7 ਸਾਲ ਦਾ ਸਰਕਾਰ ਦਾ ਐਕਸਪੀਰੀਅੰਸ ਹੈ, 2 ਸਾਲ ਗਵਰਨਮੈਂਟ ਆਫ ਪੰਜਾਬ ਔਰ 5 ਸਾਲ ਮੈਂ ITBP ਫੋਰਸ ਦੇ ਵਿੱਚ। ਤੁਹਾਡੇ 5 ਸਾਲਾਂ 'ਚ ਜੋ ਤੁਹਾਡੇ ਨਾਲ ਹੋਇਆ, ਤੁਸੀਂ ਪਹਿਲੇ ਸ਼ਖਸ ਸੀ ਜਾਂ ਇਹ ਤੋਂ ਪਹਿਲਾਂ ਸੁਣਿਆ ਸੀ, ਜਾਂ ਇਹ ਤੋਂ ਪਹਿਲਾਂ ਕਦੇ ਗੱਲ ਕਹਿੰਦੇ ਕੰਨੀ ਪਈ ਹੁੰਦੀ ਹੈ, ਅਜੇ ਕੋਈ ਹੋਰ ਵੀ ਸੀ ਪਹਿਲਾਂ, ਜਾਂ ਸਿਰਫ ਪਹਿਲੇ ਤੁਸੀਂ ਸੀਗੇ ਉਦੋਂ 5 ਸਾਲਾਂ 'ਚ? ਜੀ ਬਹੁਤ ਕੁਝ ਦੇਖਿਆ ਹੈ ਮੈਂ ਉੱਥੇ। ਜਿਹੜੀਆਂ ਸੈਕਚੁਅਲ ਹੈਰੈਸਮੈਂਟ ਕਮੇਟੀਜ਼ ਬਣਦੀਆਂ ਆ, ਬੀਇੰਗ ਮੈਂ ਉਹਦੀ ਲੀਗਲ ਮੈਂਬਰ ਰਹੀ ਹਾਂ ਹਮੇਸ਼ਾ, ਜਿੱਥੇ ਜਿੱਥੇ ਮੇਰੀ ਪੋਸਟਿੰਗ ਰਹੀ ਹੈ। ਬਹੁਤ ਇੱਦਾਂ ਦੇ ਕੇਸਿਸ ਦੇਖੇ ਹੈ। ਚੰਡੀਗੜ੍ਹ ਦੇ ਵਿੱਚ ਹੀ ਮੇਰੇ ਤੋਂ ਸੀਨੀਅਰ ਰੈਂਕ ਤੇ ਕਮਾਂਡੈਂਟ ਰੈਂਕ ਦੇ ਇੱਕ ਡਾਕਟਰ ਮਹਿਲਾ ਅਧਿਕਾਰੀ ਸੀ, ਕਮਾਂਡੈਂਟ ਰੈਂਕ SP ਦੇ ਬਰਾਬਰ ਹੈਗਾ, ਉਹਨਾਂ ਦੇ ਕਮਰੇ ਦੇ ਵਿੱਚ ਇੱਕ ASI ਵੜ ਗਿਆ ਸੀ। ਇੱਦਾਂ ਦੇ ਬਹੁਤ ਸਾਰੇ ਹਾਦਸੇ ਸੁਣੇ ਤਾਂ ਜਿਹੜੇ ਸੀਗੇ ਉਹ ਸੁਣੇ ਹੀ ਸੀਗੇ, ਅੱਖੀਂ ਦੇਖੇ ਵੀ ਹੈ, ਕਾਗਜ਼ਾਂ ਦੇ ਵਿੱਚ ਡੀਲ ਵੀ ਕੀਤੇ ਹੈ। ਪਰ ਕੋਸ਼ਿਸ਼ ਉੱਥੇ ਵੀ ਹਮੇਸ਼ਾ ਇਹ ਹੁੰਦੀ ਸੀ ਕਿ ਇਹ ਜਿਹੜਾ ਵਰਤਾਰਾ ਹੈ
ਇਹ ਕਿੱਦਾਂ ਇਹਨੂੰ ਪਲਟਿਆ ਜਾਏ ਕਿ ਇਦਾਂ ਦੀਆਂ ਹਰਕਤਾਂ ਨਾ ਹੋ ਸਕਣ ਅੱਗੇ ਤੋਂ। ਔਰ ਕਿਤੇ ਨਾ ਕਿਤੇ ਜਿਹੜੀ ਮੇਰੀ ਕੋਸ਼ਿਸ਼ ਸੀ ਉਹ ਉੱਥੇ ਅਫਸਰਾਂ ਦੇ ਆੜੇ ਵੀ ਆਉਂਦੀ ਸੀ, ਔਰ ਕਿਉਂਕਿ ਮੇਰਾ ਕੰਮ ਸੀਗਾ ਉਹ ਲੀਗਲ ਕੰਮ ਸੀਗਾ ਤੇ ਬਹੁਤ ਤਰ੍ਹਾਂ ਦੇ ਦਬਾਅ ਵੀ ਰਹਿੰਦੇ ਸੀਗੇ ਮੇਰੇ ਉੱਤੇ। ਤੇ ਮੈਨੂੰ ਯਾਦ ਹੈ ਇੱਕ ਵਾਰ ਮੈਨੂੰ ਦਿੱਲੀ ਭੇਜਿਆ ਗਿਆ ਸੀ ਹੈੱਡਕੁਆਟਰਸ ਤੇ ਉੱਥੇ ਮੈਨੂੰ ਬੁਲਾ ਕੇ ਕਿਹਾ ਗਿਆ ਸੀ ਕਿ ਤੂੰ ਆਪਣਾ ਕੰਮ ਕਰਨ ਦਾ ਤਰੀਕਾ ਬਦਲ ਲੈ, ਜੋ ਤੈਨੂੰ ਅਸੀਂ ਕਹਿੰਦੇ ਆ ਤੂੰ ਉਹ ਕਰਿਆ ਕਰ, ਨਹੀਂ ਤਾਂ ਤੈਨੂੰ ਸਿੱਧੀ ਕਰ ਦਿਆਂਗੇ। ਤੇ ਮੈਨੂੰ ਯਾਦ ਹੈ ਜਨਵਰੀ 2019 ਦੀ ਗੱਲ ਹੈ ਤੇ ਮੈਂ ਉਹਨਾਂ ਨੂੰ ਇਹ ਕਿਹਾ ਸੀ ਕਿ ਤੁਸੀਂ ਜੋ ਕਰ ਸਕਦੇ ਕਰ ਲਓ, ਮੇਰੀ ਤਾਂ ਫਿਰ ਆਪਣੀ ਮਜਬੂਰੀ ਹੈ, ਮੈਂ ਕੰਮ ਕਰਨ ਦਾ ਇਹੀ ਤਰੀਕਾ ਇੱਦਾਂ ਹੀ ਕਰਨਾ ਹੈ। ਉਸ ਤੋਂ ਬਾਅਦ ਮੈਨੂੰ ਬਾਰਡਰ ਤੇ ਭੇਜਿਆ ਗਿਆ, ਇਹ ਹਾਦਸਾ ਹੋਇਆ ਤੇ ਜਦੋਂ ਮੈਂ ਕੜੀਆਂ ਜੋੜਦੀ ਆ ਤੇ ਫਿਰ ਮੈਨੂੰ ਇਹ ਲੱਗਦਾ ਹੈ ਕਿ ਇਹ ਲੋਕ ਇਸ ਹੱਦ ਤੱਕ ਗਿਰ ਸਕਦੇ ਆ। ਔਰ ਅੱਜ ਮੈਨੂੰ ਇੱਦਾਂ ਮਹਿਸੂਸ ਹੁੰਦਾ ਹੈ ਕਿ ਇਹ ਜਿਹੜੇ ਹਾਦਸੇ ਹੁੰਦੇ ਵੀ ਆ, ਕੁਝ ਹਾਦਸੇ ਹੈਗੇ ਹੁੰਦੇ ਹੋਊਗੇ ਔਰ ਬਹੁਤ ਸਾਰੇ ਸ਼ਾਇਦ ਕਰਵਾਏ ਵੀ ਜਾਂਦੇ ਆ। ਬਹੁਤ ਸਾਰੇ ਕਰਵਾਏ ਜਾਂਦੇ ਆ ਤੇ ਸਾਰੇ ਆਵਾਜ਼ ਵੀ ਨਹੀਂ ਚੁੱਕਦੇ ਹੋਣਗੇ, ਸ਼ਾਇਦ ਬਹੁਤ ਸਾਰੀਆਂ ਆਵਾਜ਼ਾਂ ਇਹ ਹੋਣਗੀਆਂ ਜਿਹੜੀਆਂ ਦਬੀਆਂ ਨੇ। ਬਿਲਕੁਲ, ਮੈਨੂੰ ਹੁਣ ਵੀ ਭਾਜੀ ਕੁੜੀਆਂ ਦੇ ਕਈ ਵਾਰ ਫੋਨ ਆਉਂਦੇ ਆ ਤੇ ਦਿਲ ਵੀ ਦੁਖਦਾ ਹੈ, ਅੱਗੇ ਨਹੀਂ ਆਉਣਾ ਚਾਹੁੰਦਾ ਕੋਈ। ਉਹ ਮੈਨੂੰ ਕਹਿੰਦੇ ਆ ਅੱਜ ਮੈਂ ਕਿਸੇ ਦੀ ਗੱਲ ਦੇ ਉੱਤੇ ਸਟੈਂਸ ਲੈ ਲਵਾਂ ਤੇ ਕੱਲ ਨੂੰ ਕਿਸੇ ਮਜਬੂਰੀ 'ਚ ਉਹੀ ਪਿੱਛੇ ਹਟ ਜਾਵੇ ਤੇ ਮੇਰੇ ਪੱਲੇ ਤਾਂ ਕੁਝ ਨਹੀਂ ਰਹੇਗਾ ਨਾ। ਤੇ ਮਜਬੂਰੀਆਂ ਵੀ ਹੋ ਸਕਦੀਆਂ, ਪਰ ਅੱਜ ਜਿਹੜਾ ਸਮਾਂ ਹੈਗਾ ਆ, ਜਿਸ ਕਗਾਰ ਤੇ ਸਾਡਾ ਸਮਾਜ ਖੜ ਚੁੱਕਿਆ ਆ ਕੇ, ਇਹ ਇਹਨਾਂ ਮਜਬੂਰੀਆਂ ਤੋਂ ਉੱਤੇ ਉੱਠਣ ਵਾਲਾ ਹੈ। ਅੱਗੇ ਨਹੀਂ ਆਉਣਾ ਚਾਹੁੰਦੀਆਂ। ਸ਼ੋਸ਼ਣ, ਸਰੀਰਕ ਸ਼ੋਸ਼ਣ ਤਾਂ ਕਿਤੇ ਵੀ ਅਲਾਉ ਨਹੀਂ ਹੈ, ਕੋਈ ਵੀ ਚਾਹੇ ਕੋਈ ਕਰੇ ਮੇਡ ਕੰਮ ਕਰਦੀ ਹੋ, ਕਿਤੇ ਵੀ ਅਲਾਉ ਨਹੀਂ ਆ। ਅੱਗੇ ਨਹੀਂ ਆਉਣਾ ਚਾਹੁੰਦੀਆਂ ਦਾ ਕਾਰਨ ਕੀ ਹੈ? ਬਲੈਕਮੇਲਿੰਗ ਇੱਕ ਕਿਸੇ ਤਰ੍ਹਾਂ ਦੀ, ਜਾਂ ਜੋ ਇਸ ਵਕਤ ਆਰਥਿਕ ਤੱਕ ਵੱਡਾ ਕਾਰਨ ਵੀ ਬਣ ਜਾਂਦੀ ਹੈ ਕਿ ਆਰਥਿਕਤਾ ਵੀ ਹੈਗੀ ਹੈ, ਜਾਂ ਕੋਈ ਹੋਰ ਚੀਜ਼ਾਂ ਨੇ ਜਿਨ੍ਹਾਂ ਨੂੰ ਅਪਣਾ ਕੇ ਸ਼ੋਸ਼ਣ ਹੁੰਦਾ ਆ ਕੁੜੀਆਂ ਦਾ? ਭਾਜੀ ਰੋਟੀ ਸਭ ਤੋਂ ਵੱਡਾ ਕਾਰਨ। ਬਿਲਕੁਲ ਬਿਲਕੁਲ, ਤੁਸੀਂ ਦੇਖੋ ਜਿਹੜਾ ਬੰਦਾ ਇੱਕ ਕਾਂਸਟੇਬਲ ਰੈਂਕ ਦੇ ਵਿੱਚ ਜਾਂਦਾ ਆ, ਉਹਦੀ ਕੋਈ ਬੈਕਗ੍ਰਾਉਂਡ ਬਹੁਤ ਚੰਗੀ ਨਹੀਂ ਹੁੰਦੀ। ਔਰ ਮੈਂ ਹੈਰਾਨ ਹੁੰਦੀ ਸੀ, ਮੇਰੇ ਕੋਲ ਮੁੰਡੇ ਕਾਂਸਟੇਬਲ ਕੰਮ ਕਰਦੇ ਹੁੰਦੇ ਸੀ, MSc ਇੰਜੀਨੀਅਰਸ, ਇਹ ਕਾਂਸਟੇਬਲ ਦਾ ਕੰਮ ਕਰਦੇ ਆ ਜਿਹਦੀ ਕੁਆਲੀਫਿਕੇਸ਼ਨ ਬੇਸਿਕ ਹੈਗੀ ਆ 10ਵੀਂ ਪਾਸ ਚਾਹੀਦਾ ਹੁੰਦਾ, ਉਹ ਬੱਚੇ ਤਾਂ ਉੱਥੇ ਲੱਗੇ ਹੋਏ ਆ। ਔਰ ਫਿਰ ਜੋ ਸਾਡਾ ਸਮਾਜ ਵਿੱਚ ਵਰਤਾਰਾ ਆ, ਕਿੰਨੀਆਂ ਕੁੜੀਆਂ ਮੇਰੇ ਵਾਂਗੂ ਇਦਾਂ ਦੀ ਤਕਦੀਰ ਵਾਲੀਆਂ ਹੈਗੀਆਂ ਆ ਕਿ ਉਹਨਾਂ ਦੇ ਘਰ ਦੇ ਦੋਸਤ ਮਿੱਤਰ ਉਹਨਾਂ ਦੇ ਪਿੱਛੇ ਆ ਕੇ ਖੜੇ ਹੋ ਜਾਣ। ਪਹਿਲੇ ਤਾਂ ਆਪਣੇ ਘਰ ਦੇ ਹੀ ਮੂੰਹ ਬੰਦ ਕਰਾ ਦਿੰਦੇ, ਔਰ ਦੂਸਰੀ ਆਰਥਿਕਤਾ ਜਿਹੜਾ ਕਾਰਨ ਹੈ। ਪਰ ਫਿਰ ਵੀ ਮੇਰੀ ਤੁਹਾਡੇ ਜ਼ਰੀਏ ਇਹੀ ਗੁਜ਼ਾਰਿਸ਼ ਹੈ ਆਪਣੀਆਂ ਭੈਣਾਂ ਨੂੰ ਕਿ ਇਹ ਸਮਾਂ ਇਦਾਂ ਦੀਆਂ ਮਜਬੂਰੀਆਂ ਨੂੰ ਤੋੜਨ ਦਾ ਹੈਗਾ, ਨਹੀਂ ਤਾਂ ਜਿਹੜੀਆਂ ਸਾਡੀਆਂ ਇਦਾਂ ਦੀਆਂ ਕਮਾਈਆਂ ਆ ਜਾਂ ਅਹੁਦੇ ਹੈਗੇ, ਕੱਲ ਨੂੰ ਸਾਡੀਆਂ ਧੀਆਂ ਦੀਆਂ ਜੜ੍ਹਾਂ 'ਚ ਜਾ ਕੇ ਬੈਠਣਗੇ। ਤੇ ਜੇ ਅਸੀਂ ਇੱਕ ਕੜੀ ਬਣ ਕੇ ਕੰਮ ਨਹੀਂ ਕਰਾਂਗੇ ਤੇ ਫਿਰ ਇਦਾਂ ਦੇ ਅਹੁਦਿਆਂ ਦਾ, ਤਰੱਕੀਆਂ ਦਾ ਕੋਈ ਫਾਇਦਾ ਨਹੀਂ ਹੈ। ਉਹ ਕੜੀਆਂ ਜੋੜਦੇ ਲੋਕ ਅਧਿਕਾਰ ਲਹਿਰ ਨਾਲ ਜੁੜ ਕੇ ਹੁਣ ਲੱਗਦਾ ਹੈ ਵੀ ਰਾਜਨੀਤੀ ਉਹ ਹੱਲ ਹੈ ਵੀ ਜਿਹੜਾ ਨਵੀਂ ਦਿਸ਼ਾ ਜਾਂ ਨਵਾਂ ਸੂਰਜ ਉਗਾ ਸਕਦੀ ਹੈ। ਇਹ ਭਾਜੀ ਮੈਂ ਜਦ ਕੰਮ ਕਰਦੀ ਸੀ, ਨੌਕਰੀ ਕਰਦੀ ਸੀ, ਉੱਥੇ ਵੀ ਬੜੇ ਤਰ੍ਹਾਂ ਦੀਆਂ ਸਮੱਸਿਆਵਾਂ ਸੀਗੀਆਂ। ਸੈਕਚੁਅਲ ਜਿਹੜੀ ਐਕਸਪਲੋਇਟੇਸ਼ਨ ਤਾਂ ਹੈ ਹੀ ਹੈ, ਉਹ ਤੋਂ ਇਲਾਵਾ ਵੀ ਬੜੇ ਤਰ੍ਹਾਂ ਦੇ ਮੁੱਦੇ ਹੈ ਔਰਤਾਂ ਦੇ। ਔਰ ਮੈਨੂੰ ਉਦੋਂ ਵੀ ਇਹ ਫੀਲ ਹੁੰਦਾ ਸੀ ਕਿ ਇਹ ਜਿਹੜੇ ਸਾਡੇ ਮੁੱਦੇ ਇਹਨਾਂ ਦਾ ਕੋਈ ਹੱਲ ਨਹੀਂ ਹੁੰਦਾ। ਹੱਲ ਇਸ ਕਰਕੇ ਨਹੀਂ ਹੁੰਦਾ ਕਿ ਜਿੱਥੇ ਪੋਲਿਸੀ ਮੈਟਰਸ ਬਣਦੇ ਆ ਉੱਥੇ ਰਿਪਰੈਜ਼ੈਂਟੇਸ਼ਨ ਹੈ ਨਹੀਂ ਔਰਤਾਂ ਦੀ। ਕਿਸੇ ਵੀ ਵਰਗ ਦਾ ਕੋਈ ਮੁੱਦਾ ਹੈ, ਠੀਕ ਹੈ ਨਾ, ਜਦ ਤੱਕ ਉਸ ਵਰਗ ਦਾ ਰਿਪਰੈਜ਼ੈਂਟੇਟਿਵ ਪਾਰਲੀਮੈਂਟ ਵਿੱਚ ਜਾ ਕੇ ਜਾਂ ਜਿੱਥੇ ਤੁਹਾਡੀ ਤਕਦੀਰ ਘੜੀ ਜਾਣੀ ਹੈ ਉੱਥੇ ਨਹੀਂ ਬੈਠਦਾ, ਉਹ ਹੱਲ ਨਹੀਂ ਹੋ ਸਕਦਾ। ਤੇ ਹੁਣ ਮੇਰੀ ਜਿਹੜੀ ਫਾਰਮਲੀ ਮੈਂ ਲੋਕ ਅਧਿਕਾਰ ਲਹਿਰ ਨੂੰ ਜੁਆਇਨ ਕੀਤਾ ਆ, ਇਹਨਾਂ ਦੀ ਜਿਹੜੇ ਆਬਜੈਕਟਿਵਸ ਹੈਗੇ ਆ ਇਨ ਭਿੰਨ ਮੈਂ ਉਹਨਾਂ ਦੇ ਨਾਲ ਸਹਿਮਤ ਹਾਂ। ਤੇ ਹੁਣ ਵੀ ਸਾਡੀ ਗਰਾਊਂਡ ਵਿੱਚ ਜਾ ਕੇ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਲੋਕਾਂ ਨੂੰ ਇਹ ਕਹੀਏ ਕਿ ਬੀ ਯੋਰ ਓਨ ਲੀਡਰਸ, ਆਪਣੇ ਲੀਡਰਸ ਆਪ ਬਣੋ। ਕੀ ਅੱਜ ਸਾਡੇ ਯੂਥ ਨੂੰ ਕੀ ਹੋ ਗਿਆ? ਵਾਈ ਡੂ ਵੀ ਲੁੱਕ ਅਪ ਟੂ ਪੀਪਲ? ਅਸੀਂ ਕਿਉਂ ਚਾਹੁੰਦੇ ਹਾਂ ਕਿ ਸਾਡਾ ਹੱਥ ਫਾੜ ਕੇ ਸਾਨੂੰ ਕੋਈ ਤਾਰ ਦੇਵੇ? ਉਹ ਹੱਥ ਅਸੀਂ ਆਪ ਹੀ ਕਿਉਂ ਨਹੀਂ ਬਣ ਸਕਦੇ? ਅਸੀਂ ਇਹ ਸੁਪਨੇ ਕਿਉਂ ਨਹੀਂ ਲੈ ਸਕਦੇ? ਕਿਉਂ ਨਹੀਂ ਕੋਈ ਖੜਾ ਹੋ ਕੇ ਕਹਿ ਸਕਦਾ ਕਿ ਮੈਂ ਪੰਜਾਬ ਨੂੰ ਲੀਡ ਕਰੂੰਗਾ, ਮੈਂ ਪੰਜਾਬ ਲਈ ਕੰਮ ਕਰੂੰਗਾ? ਖੌਫ ਕੀ ਹੈ? ਕਾਹਦਾ ਖੌਫ ਹੈ? ਸਾਡੇ ਸੁਪਨੇ ਹੀ ਮਰ ਗਏ ਔਰ ਸਾਨੂੰ ਜੋ ਕੋਈ ਕਹਿ ਦਿੰਦਾ ਉਹਦੇ ਅਸੀਂ ਮਗਰ ਤੁਰ ਪੈਂਦੇ ਆ। ਨਾ ਸੌਖੀ ਨਹੀਂ ਹੈ ਕਰਨਾ ਜੀ, ਮੈਨੂੰ ਲੱਗਦਾ ਤਾਂ ਕਰਕੇ ਸ਼ਾਇਦ ਨਹੀਂ। ਫਿਰ ਰਜਾਈ ਵਿੱਚ ਲੰਮੇ ਪੈ ਕੇ ਤਾਂ ਕੁਝ ਹੁੰਦਾ ਵੀ ਨਹੀਂ ਹੈ। ਫਿਰ ਮੈਂ ਉਹੀ ਤੁਹਾਡੇ ਤੋਂ ਪਹਿਲੇ ਕਿਸੇ ਨਾਲ ਗੱਲ ਕਰ ਰਹੀ ਸੀ ਕਿ ਅੱਜ ਸਾਡੇ ਕੋਲ ਚੋਇਸਿਸ ਦੋ ਹੈ। ਵੀ ਹੈਵ ਟੂ ਚੋਇਸਿਸ। ਜੋ ਅੱਜ ਸਮਾਜ ਦੇ ਹਾਲਾਤ ਹੈ, ਇੱਕ ਤਾਂ ਇਹ ਹੈ ਕਿ ਵੀ ਸਾਰੇ ਕੁੰਡੇ ਬੰਦ ਕਰਕੇ ਅੰਦਰਲੇ ਕਮਰੇ 'ਚ ਆਪਣੇ ਨਿਆਣੇ ਲੈ ਕੇ ਬਹਿ ਜਾਈਏ, ਠੀਕ ਹੈ। ਤੇ ਦੂਜਾ ਇਹ ਹੈ ਕਿ ਫਿਰ ਸ਼ਰਮ ਸੰਗ ਲਾ ਕੇ, ਠੀਕ ਹੈ ਨਾ, ਹੱਥ ਵਿੱਚ ਤਲਵਾਰ ਫੜ ਕੇ ਤਗੜੇ ਹੋ ਕੇ ਮੈਦਾਨ ਦੇ ਵਿੱਚ ਆ ਜਾਈਏ। ਔਰ ਹਰ ਚੋਇਸ ਦੇ ਆਪਣੇ ਆਪਣੇ ਫਿਰ ਨਤੀਜੇ ਹੈ, ਔਰ ਤੁਸੀਂ ਕਿੱਦਾਂ ਦੇ ਨਤੀਜੇ ਚਾਹੁੰਦੇ ਹੋ ਇਹ ਆਵਾਮ ਨੇ ਆਪ ਸੋਚਣਾ।
ਆਵਾਮ ਨੇ ਸੋਚਣਾ ਜ਼ਰੂਰ ਹੈ, ਨਤੀਜਾ ਜ਼ਰੂਰ ਆਵੇਗਾ, ਕਿਉਂਕਿ ਭਵਿੱਖ ਦੇ ਵਿੱਚ ਜੋ ਤੁਸੀਂ ਅੱਜ ਕਰਦੇ ਹੋ, ਤੁਹਾਡੇ ਵਰਤਮਾਨ 'ਚ ਜਿਹੜਾ ਕਦਮ ਪੁੱਟਿਆ ਹੋਇਆ, ਨਤੀਜਾ ਭਵਿੱਖ ਦੇ ਵਿੱਚ ਆਵੇਗਾ। ਲੇਕਿਨ ਕਰੁਣਾ, ਜੇਕਰ ਲੋਕ ਅਧਿਕਾਰ ਲੈ ਰਹੀ ਕਿਉਂ, ਹਾਲਾਂਕਿ ਰਵਾਇਤੀ ਪਾਰਟੀਆਂ ਨੇ ਉਹ ਵੀ ਦਾਅਵੇ ਤਾਂ ਵੱਡੇ ਵੱਡੇ ਕਰਦੀਆਂ ਨੇ, ਇੱਕ ਤੀਜਾ ਬਦਲ ਆਇਆ ਸੀ, ਇੱਕ ਵੱਡੀ ਕ੍ਰਾਂਤੀ ਉੱਠ ਕੇ ਆਈ ਸੀਗੀ ਲੋਕਾਂ ਦੇ ਵਿੱਚ, ਤਾਂ ਉਹ ਕਿਉਂ ਨਹੀਂ ਚੂਜ਼ ਕੀਤੇ, ਜਾਂ ਉਹ ਰਾਜਨੀਤਿਕ ਰਾਹ ਨਹੀਂ ਪਸੰਦ ਆਉਂਦੇ, ਜਾਂ ਲੋਕ ਅਧਿਕਾਰ ਲਹਿਰ 'ਚ ਲੱਗਦਾ ਹੈ ਕਿ ਵੱਡਾ ਸਕੋਪ ਹੈ? ਭਾਜੀ ਸਕੋਪ ਬਾਰੇ ਮੈਂ ਕਦੀ ਸੋਚਿਆ ਨਹੀਂ। ਟੀਚਾ ਆਪਣੇ ਸਾਹਮਣੇ ਇੱਕ ਹੀ ਹੈ ਕਿ ਇਹ ਜਿਹੜੀ ਅੱਜ ਡਗਮਗਾ ਰਹੀ, ਮੈਂ ਸਭ ਤੋਂ ਪਹਿਲੇ ਮਾਨਵਤਾ ਹੀ ਕਹੂੰਗੀ, ਇਨਸਾਨੀਅਤ ਹੀ ਕਹੂੰਗੀ, ਕਿਉਂਕਿ ਉਹ ਠੀਕ ਹੋ ਗਈ ਤਾਂ ਆਪਣੇ ਆਪ ਐਵਰੀਥਿੰਗ ਵਿਲ ਫਾਲ ਇਨਟੂ ਪਲੇਸ। ਉਹਨੂੰ ਸਹੀ ਕਰਨਾ ਹੈ। ਔਰ ਅੱਜ ਜਿਹੜੀ ਲੋੜ ਹੈਗੀ ਹੈ ਨਾ, ਉਹ ਸਿਸਟਮ ਨੂੰ ਚੇਂਜ ਕਰਨ ਦੀ ਹੈ। ਜਿੱਦਾਂ ਕਿ ਮੈਂ ਪਹਿਲੇ ਵੀ ਹੁਣੀ ਇੱਕ ਇੰਟਰਵਿਊ 'ਚ ਦੱਸ ਰਹੀ ਸੀ ਕਿ ਅੰਗ ਖਰਾਬ ਹੋ ਜਾਂਦੇ, ਉਹ ਕਹਿੰਦੇ ਇਹਨਾਂ ਨੂੰ ਟ੍ਰਾਂਸਪਲਾਂਟ ਕਰ ਲਓ। ਉਹਨਾਂ ਨੂੰ ਟ੍ਰਾਂਸਪਲਾਂਟ ਕਰਨ ਦੀ ਲੋੜ ਹੈ। ਇਹ ਜੋ ਕੁਝ ਵੀ ਅੱਜ ਜਿੰਨਾ ਸਾਡੇ ਸਮਾਜ 'ਚ ਕੂੜਾ ਹੋ ਚੁੱਕਾ ਹੈ, ਇਹਨੂੰ ਪਹਿਲੇ ਬਾਹਰ ਕੱਢਣ ਦੀ ਲੋੜ ਹੈ। ਫਿਰ ਉਹ ਜਿਹੜਾ ਭਾਂਡਾ ਆ ਉਹਨੂੰ ਮਾਂਜਣ ਦੀ ਲੋੜ ਹੈ, ਤੇ ਫਿਰ ਨਵੇਂ ਸਿਰੋਂ ਉਹਦੇ ਵਿੱਚ ਪਾਉਣ ਦੀ ਲੋੜ ਹੈ। ਲੱਗਦਾ ਵੀ ਇਹ ਚੀਜ਼ ਹੋ ਜਾਏਗੀ, ਸੰਭਵ ਹੈ, ਕਿਉਂਕਿ ਤੁਸੀਂ ਖੁਦ ਲੜਾਈ ਲੜੀ, ਖੁਦ ਸੇਵਾ ਮੁਕਤ ਹੋਏ, ਤੁਸੀਂ ਆਪ ਇਹ ਗੱਲ ਕਹਿੰਦੇ ਹੋ ਵੀ ਮੈਂ ਬਾਹਰ ਹੋ ਗਈ ਤੇ ਉਹ ਅਜੇ ਵੀ ਅੰਦਰ ਹੈ। ਇਸ ਤੋਂ ਬਾਅਦ ਵੀ ਉਮੀਦ ਹੈ, ਤੁਹਾਨੂੰ ਲੱਗਦਾ ਹੈ ਵੀ ਤੁਸੀਂ ਤਾਂ ਚਲੋ ਉੱਥੇ ਤਾਂ ਇੱਕ ਵਿਭਾਗ ਨਾਲ ਸੀ ਲੜਾਈ, ਜਾਂ ਇੱਕ ਖਿੱਤਰ ਤੱਕ ਸੀਗੀ, ਪਰ ਇੱਥੇ ਤਾਂ ਪੰਜਾਬ ਆ ਪੂਰਾ। ਹੋ ਜਾਏਗੀ ਨਹੀਂ ਭਾਜੀ, ਇਹ ਹੋਣੀ ਹੈ, ਇਹ ਕਰਨੀ ਪੈਣੀ ਹੈ, ਚੁਆਇਸ ਨਹੀਂ ਹੈਗੀ ਨਾ। ਮੈਂ ਇੱਕ ਵਾਰ ਇੱਕ ਮੂਵੀ ਦੇਖ ਰਹੀ ਸੀ, ਉਹ 'ਚ ਇੱਕ ਬੰਦਾ ਖੂਹ 'ਚ ਗਿਰ ਜਾਂਦਾ ਹੈ, ਔਰ ਉਹ ਨੈਟ ਲਗਾ ਕੇ ਕਈ ਸਾਲ ਕੋਸ਼ਿਸ਼ ਕਰਦਾ ਉਹ 'ਚੋਂ ਗਿਰਨ ਦੀ, ਉਹ ਕਦੀ ਨਿਕਲ ਨਹੀਂ ਪਾਉਂਦਾ। ਇੱਕ ਦਿਨ ਉਹ ਨੈਟ ਨਹੀਂ ਲਗਾਉਂਦਾ ਔਰ ਉਦੋਂ ਉਹ 'ਚੋਂ ਨਿਕਲ ਜਾਂਦਾ ਹੈ। ਤੇ ਅੱਜ ਸੇਫਟੀ ਨੈਟ ਤਾਂ ਹੈ ਹੀ ਨਹੀਂ, ਹੁਣ ਨਹੀਂ ਤਾਂ ਫਿਰ ਕਦੀ ਵੀ ਨਹੀਂ। ਔਰ ਮੈਂ ਗੱਲ ਆਵਾਮ ਨਾਲ ਜਦੋਂ ਵੀ ਮੈਂ ਪਿੰਡਾਂ ਜਾਂਦੀ ਹਾਂ, ਆਪਣੇ ਲੋਕਾਂ 'ਚ ਜਾਂਦੀ ਹਾਂ, ਹਮੇਸ਼ਾ ਕਰਦੀ ਹਾਂ ਕਿ ਆਰ ਪ੍ਰੈਜ਼ੈਂਟ ਇਜ਼ ਕਨੈਕਟਡ ਟੂ ਆਰ ਪਾਸਟ। ਵੀ ਆਰ ਸੋ ਪ੍ਰਾਊਡ ਆਫ ਆਰ ਹਿਸਟਰੀ। ਅਸੀਂ ਗੁਰੂ ਸਾਹਿਬਾਨਾਂ ਤੋਂ ਲੈ ਕੇ ਹੁਣ ਤੱਕ ਅਸੀਂ ਇੰਨਾ ਮਾਣ ਮਹਿਸੂਸ ਕਰਦੇ ਹਾਂ, ਤੇ ਜੇ ਅਸੀਂ ਅੱਜ ਫੇਲ ਹੁੰਨੇ ਆ ਨਾ, ਅਸੀਂ ਆਪਣੇ ਨਾਲ ਆਪਣਾ ਇਤਿਹਾਸ ਫੇਲ ਕਰਦੇ ਹਾਂ। ਤੇ ਸਾਡੇ ਉੱਤੇ ਐਡੀ ਵੱਡੀ ਇਹ ਜ਼ਿੰਮੇਵਾਰੀ ਹੈ, ਅਸੀਂ ਆਪਣੇ ਗੁਰੂਆਂ ਦੀ ਲਾਜ ਰੱਖਣੀ ਹੈ, ਅਸੀਂ ਉਹਨਾਂ ਲੋਕਾਂ ਦੀ ਲਾਜ ਰੱਖਣੀ ਹੈ ਜਿਹਨਾਂ ਨੇ ਆਪਣੇ ਲਹੂ ਬਹਾਏ ਹੈ, ਸਾਨੂੰ ਇਹ ਆਜ਼ਾਦੀ ਦਿਵਾਈ ਹੈ। ਜਿਹੜੀ ਰਾਈਟ ਟੂ ਵੋਟ ਹੈ, ਇਹ ਕੋਈ ਐ ਹੀ ਨਹੀਂ ਮਿਲ ਗਿਆ, ਠੀਕ ਹੈ ਨਾ। ਅੱਜ ਸਾਡੇ ਐਜੂਕੇਸ਼ਨ ਦੀ ਕਮੀ ਹੈ, ਅਸੀਂ ਆਪਣੇ ਬੱਚਿਆਂ ਨਾਲ ਬਹਿ ਕੇ ਗੱਲਾਂ ਕਰਦੇ ਹੀ ਨਹੀਂ। ਇਹ ਰਾਈਟ ਟੂ ਵੋਟ ਜਿਹੜਾ ਇਹ ਕਮਾਇਆ ਗਿਆ ਹੈ, ਸਿੰਚਿਆ ਗਿਆ ਹੈ ਸਾਡੇ ਦਾਦਿਆਂ ਬਾਬਿਆਂ ਦੇ ਖੂਨ ਦੇ ਨਾਲ। ਔਰ ਜੇ ਤੁਸੀਂ ਇਹਨੂੰ ਇੱਦਾਂ ਹੀ ਜਾਣ ਦਿਓਗੇ ਤੇ ਫਿਰ ਤਾਂ ਤੁਸੀਂ ਜਸਟਿਸ ਨਾ ਆਪਣੇ ਆਪ ਨਾ ਕੀਤਾ, ਨਾ ਆਪਣੇ ਫਿਊਚਰ ਜਨਰੇਸ਼ਨਸ ਨਾ ਕੀਤਾ, ਤੇ ਬਾਕੀਆਂ ਦੇ ਸਿਰ 'ਚ ਸਵਾਹ ਪਾਉਣ ਵਾਲੀ ਗੱਲ ਹੈ ਜਿਹੜੇ ਪੁਰਖਿਆਂ ਦੀ। ਸੋ ਹੁਣ ਦੇਖਣਾ ਇਹ ਹੈ ਕਿ ਜੋ ਨਵੀਆਂ ਉਮੀਦਾਂ ਲੈ ਕੇ ਲੋਕ ਅਧਿਕਾਰ ਲਹਿਰ ਤੁਰੀ ਹੈ, ਜੋ ਨਵੀਂ ਦਿਸ਼ਾ ਦਿਖਾਉਣ ਦੀ ਗੱਲ ਕਰਦੀ ਹੈ, ਭ੍ਰਿਸ਼ਟ ਮੁਕਤ ਸਮਾਜ ਸਿਰਜਣ ਦੀ ਗੱਲ ਕਰਦੀ ਹੈ, ਤਾਂ ਉਹ ਕਦੋਂ ਤੱਕ ਸੰਭਵ ਹੁੰਦਾ ਹੈ ਤੇ ਕਿਸ ਉਹ ਸੂਰਜ ਦੇ ਨਾਲ ਇਹ ਪੂਰੀਆਂ ਕੁਰੀਤੀਆਂ ਦੂਰ ਹੁੰਦੀਆਂ ਨੇ। ਮੈਂ ਸੁਰਖਾਬ ਆਪਣੇ ਸਹਿਯੋਗੀ ਕਰਨ ਬਸਲਾ ਦੇ ਨਾਲ, ਰੋਜ਼ਾਨਾ ਸਪੋਕਸਮੈਨ ਮੋਹਾਲੀ।